डायगोनल टू दीज ट्रांसफर्स बार्स, लॉन्गिट्यूडनल ट्रांसफर्स बार्स पाने हैं ताकि ये ਜਿਹੜਾ ਲੋਡ ਹੈ ਇਸ ਸਰੀਏ ਦਾ ਉਹ ਪ੍ਰੋਪਰ ਸਾਰਿਆਂ ਦੇ ਉੱਪਰ ਸਪੋਰਟ ਹੋ ਜਾਏ। ਅਗਰ ਇਹਨਾਂ ਦੇ ਪੈਰਲ ਰੱਖ ਦਿੱਤਾ ਜਾਏਗਾ ਤਾਂ ਉਹ ਉਨੀ ਜਗ੍ਹਾ 'ਚ ਹੀ ਆਪਣਾ ਲੋਡ ਪਾਏਗਾ ਇੱਕ ਸਾਈਡ ਦੇ ਕਾਲਮ ਵਰਟੀਕਲ ਜਾਂ ਟਰਾਂਸਫਰਸ ਬਾਰ ਦੇ ਉੱਪਰ ਹੀ, ਦੂਸਰੀ ਬਾਰ 'ਤੇ ਲੋਡ ਨਹੀਂ ਆਏਗਾ। ਇਹ ਹੁਣ ਇਕੁਅਲੀ ਡਿਸਟਰੀਬਿਊਟ ਹੋ ਜਾਂਦਾ ਹੈ ਔਰ ਜ਼ਿਆਦਾ ਸਟੇਬਲ ਰਹਿੰਦਾ ਹੈ। ਦੈਨ ਟ੍ਰੈਂਚ ਸੈਕਸ਼ਨ, ਉਹਦੇ ਨੀਚੇ ਕੀ ਅਰਥਿੰਗ ਹੈ ਉਹ ਸਾਰੀ ਆਪਾਂ ਸ਼ੋਅ ਕੀਤੀ, ਉਹਦੀ ਡੈਪਥ ਹੈ, ਉਹਦੀ ਰੇਸ਼ੋ ਹੈ, ਨੀਚੇ ਕੰਕਰੀਟ ਬੈਡ ਬਣੇਗਾ ਤਾਂ। ਦੈਨ ਰੀਨਫੋਰਸਿੰਗ ਬਾਰਸ, उसकी बार कितनी ऊपर बेंड करनी है। कॉलम स्टीरप्स की विड्थ यानी कि उन्होंने डिस्टेंस, डाया ऑफ स्टीरप, डाया ऑफ रीनफोर्सिंग बार्स ऑफ कॉलम, then transverse bars the center to center distance. In isometric form we can have or we can show in working drawing the pedestal or the base and column, और कली ਰੀਨਫੋਰਸਿੰਗ ਬਾਰਸ ਨੂੰ 3D 'ਚ ਵੀ ਆਪਾਂ ਵਰਕਿੰਗ ਡਰਾਇੰਗ 'ਚ ਨਾਲ ਸ਼ੋਅ ਕਰਨਾ ਤਾਂ ਕਿ ਮੈਸਨ ਜੋ ਵੀ ਉੱਥੇ ਡਰਾਇੰਗ ਕਰ ਰਿਹਾ, ਬਣਾ ਰਿਹਾ, ਕੰਸਟਰਕਸ਼ਨ ਕਰ ਰਿਹਾ ਜਾਂ ਕੰਟਰੈਕਟਰ, ਉਸ ਨੂੰ ਪ੍ਰੋਪਰਲੀ ਉਹਦੀ ਡਾਇਮੈਂਸ਼ਨਸ ਪਤਾ ਲੱਗ ਜਾਏ ਕਿ ਸਰੀਆ ਕਿਹੜਾ ਮੋੜਨਾ ਹੈ, ਕਿਹੜਾ ਬੈਂਡ ਨਹੀਂ ਕਰਨਾ ਹੈ। ਜਿਸ ਤਰ੍ਹਾਂ ਇਹ ਲੈਬੋਰੇਟਡ ਹੈ, ਸਾਰੀ ਬਾਰਸ ਹੈ, ਇਹਨਾਂ ਦਾ ਬਾਰ ਦਿੱਤੀ ਹੋਈ ਹੈ, डाया ऑफ बार, सेंटर टू सेंटर डिस्टेंस, लॉन्गिट्यूडनल एंड देन ट्रांसवर्स। देन टोटल पेडेस्टल टोटल बेस एरिया 700 mm बाय 700 mm ਦੀ ਫਾਊਂਡੇਸ਼ਨ ਹੈ ਮੇਨ ਪਲਾਨ। ਦੈਨ ਇਨ ਸੈਕਸ਼ਨ ਜੋ ਬਾਰ ਇੱਥੇ ਹੈ ਇਹ ਧਿਆਨ ਰੱਖਣਾ ਕਿ ਵਰਕਿੰਗ ਡਰਾਇੰਗ 'ਚ ਡਾਇਆ ਦਾ ਬਹੁਤ ਧਿਆਨ ਰੱਖਣਾ ਚੇਂਜ ਨਾ ਹੋ ਜਾਏ। ਜੋ ਇੱਥੇ ਲੌਂਗੀਟਿਊਡਨਲ ਹੈ ਇੱਥੇ ਲੌਂਗੀਟਿਊਡਨਲ 'ਚ ਡਾਟ ਦੀ ਫਾਰਮ ਸ਼ੋ ਹੋ ਰਹੀ ਹੈ, ਟਰਾਂਸਵਰਸ ਹੌਰੀਜ਼ੈਂਟਲ ਹੈ ਉਹ ਟਰਾਂਸਵਰਸ ਵੀ ਇੱਥੇ ਹੌਰੀਜ਼ੈਂਟਲ ਸ਼ੋ ਹੋ ਰਹੀ ਹੈ। ਉਹਨਾਂ ਦਾ ਡਾਇਆ ਸੇਮ ਜੋ ਇੱਥੇ ਲਿਖਿਆ ਹੈ ਉਹੀ ਹੋਣਾ ਚਾਹੀਦਾ ਔਰ ਸੈਂਟਰ ਟੂ ਸੈਂਟਰ ਉਨੇ ਹੀ ਡਾਟਸ ਆਪਾਂ ਸ਼ੋ ਕਰਨੇ ਜਿੰਨੀ ਆਪਣੀ ਬਾਰਸ ਲੱਗੀਆਂ ਹੈ। ਦੈਨ ਦਿਸ ਇਜ਼ ਦਾ ਕਾਲਮਸ ਬਾਰਸ ਆ ਗਈਆਂ ਔਰ ਉਹਨਾਂ ਦੀ ਪ੍ਰੋਪਰ ਡਾਇਮੈਂਸ਼ਨਸ, ਐਂਡ ਦਿਸ ਇਜ਼ ਅ ਪ੍ਰੋਪਰ ਕਵਰ ਆਫ ਕੰਕਰੀਟ ਜਿਹੜਾ ਕਿ 2 ਤੋਂ 3 ਇੰਚ ਹੈ। ਔਰ ਇੱਥੇ ਡਰਾਇੰਗ 'ਚ ਵੀ ਦਿਖ ਰਿਹਾ ਹੈ ਕਿ ਇਹ ਸਰੀਆ ਆਪਾਂ ਥੋੜ੍ਹਾ ਇੱਥੇ ਐਂਡ ਕੰਕਰੀਟ ਤੋਂ ਆਪਾਂ ਥੋੜ੍ਹਾ ਜਿਹਾ ਪਿੱਛੇ ਹੀ ਬੰਦ ਕਰ ਦਿੰਦੇ ਹਾਂ ਤਾਂ ਕਿ ਉਹਨੂੰ ਪ੍ਰੋਪਰ ਕਵਰ ਮਿਲ ਸਕੇ। ਇੱਕ ਬਲੂ ਪ੍ਰਿੰਟ ਹੈ ਕਿਸੇ ਡਰਾਇੰਗ ਦਾ ਆਪਾਂ ਇੱਥੇ ਮੈਂ ਸ਼ੋਅ ਕਰ ਰਿਹਾ ਇੱਕ ਡਰਾਇੰਗ ਦਾ ਜਿਸ ਦੇ ਵਿੱਚ ਕਿ ਪ੍ਰੋਪਰ ਵਰਕਿੰਗ ਡਰਾਇੰਗ 'ਚ ਕਿਸ ਤਰ੍ਹਾਂ ਡਿਸਕ੍ਰਾਈਬ ਕੀਤਾ ਜਾਂਦਾ ਸ਼ੋਅ ਕੀਤਾ ਹੋਇਆ। ਦਿਸ ਇਜ਼ ਅ ਕੰਕਰੀਟ ਪਾਇਰ ਔਰ ਫੁਟਿੰਗ ਡਿਟੇਲ। ਡਰਾਇੰਗ 'ਚ ਪ੍ਰੋਪਰ ਸਕੇਲ ਮੈਂਸ਼ਨ ਕਰਨੀ ਜ਼ਰੂਰੀ ਹੈ, ਜਿਸ ਤਰ੍ਹਾਂ 2 ਇੰਚ ਬਰਾਬਰ 1 ਫੁੱਟ ਦੀ ਸਕੇਲ ਹੈ। ਦੈਨ ਫੁਟਿੰਗ ਦੇ ਵਿੱਚ ਪ੍ਰੋਪਰ ਸਾਰੀ ਟਰਾਂਸਵਰਸ ਲੌਂਗੀਟਿਊਡਨਲ ਬਾਰਸ, RCC ਕਾਲਮ ਦੇ ਵਿੱਚ ਵਰਟੀਕਲ ਰੀਨਫੋਰਸਿੰਗ ਬਾਰਸ, ਸਟੀਰਪਸ ਡਾਇਆ, ਕਵਰ ਆਫ ਕੰਕਰੀਟ ਔਰ ਉਸ ਤੋਂ ਬਾਅਦ ਕਾਲਮ ਦੇ ਅਪਰ ਰੀਨਫੋਰਸਮੈਂਟ। ਦੈਨ ਅਗਰ ਉੱਥੇ ਕੋਈ ਸਰੀਏ ਦੀ ਰੀਨਫੋਰਸਿੰਗ ਬਾਰਸ ਦੀ ਕੋਈ ਲੈਪਿੰਗ ਹੈ, ਓਵਰਲੈਪ ਹੋ ਰਹੀ ਹੈ ਕੋਈ ਬਾਰਸ, ਤਾਂ ਉਹਨਾਂ ਨੂੰ ਪ੍ਰੋਪਰ ਉਹਦੀ ਡਰਾਇੰਗ 'ਚ ਸ਼ੋਅ ਕਰਨਾ ਹੈ ਕਿ ਉਹ ਲੈਪਿੰਗ ਕਿੰਨੀ ਹੈ, ਉਹ ਲੈਪਿੰਗ ਦਾ ਵੀ ਡਾਇਮੈਂਸ਼ਨ ਇੱਥੇ ਮੈਂਸ਼ਨ ਕਰਨਾ ਹੈ। ਇਸ ਡਰਾਇੰਗ 'ਚ ਕਲੀਅਰ ਨਹੀਂ ਬਟ ਇਹ ਜੋ ਐਕਚੁਅਲ 'ਚ ਹੈ ਉਹ ਇਹੀ ਹੈ ਜੋ ਮੈਂ ਦੱਸ ਰਿਹਾ ਕਿ ਉਸਦੀ ਹੁਣ ਇੱਥੇ ਪੈਡੈਸਟਲ ਦੀ ਪਹਿਲੇ ਫੁਟਿੰਗ ਡੈਪਥ, ਫੁਟਿੰਗ ਤੋਂ ਗਰਾਊਂਡ ਲੈਵਲ ਤੱਕ ਦੀ ਡੈਪਥ, ਗਰਾਊਂਡ ਤੋਂ DPC ਦੀ ਡੈਪਥ ਡਾਇਮੈਂਸ਼ਨ ਐਂਡ ਦੈਨ ਕਾਲਮ ਸਾਈਜ਼। ਦੈਨ ਅਲੱਗ-ਅਲੱਗ ਲੈਵਲ 'ਤੇ ਆਪਾਂ ਸੈਕਸ਼ਨ ਕੱਟਣੇ ਹੈ। ਦਿਸ ਇਜ਼ ਅ ਸੈਕਸ਼ਨ ਦੀ ਸਰਕੂਲਰ, ਇੱਥੇ ਸ਼ੋ ਹੋ ਰਿਹਾ ਕਿ ਦਿਸ ਇਜ਼ ਅ ਸਰਕੂਲਰ ਕਾਲਮ ਹੈਵਿੰਗ 4 ਰੀਨਫੋਰਸਿੰਗ ਬਾਰਸ ਜੋ ਕਿ ਸਕੁਏਅਰ 'ਚ ਹੈ। ਸਕੁਏਅਰ ਕੰਕਰੀਟ ਪਾਇਰ ਆਪਾਂ ਬਣਾ ਰਹੇ ਹਾਂ, ਸਰਕੂਲਰ ਕੰਕਰੀਟ ਪਾਇਰ ਵਿਦ ਸਕੁਏਅਰ ਰੀਨਫੋਰਸਮੈਂਟ ਬਾਰ। ਤਾਂ ਇਸ ਸੈਕਸ਼ਨ ਦੇ ਵਿੱਚ ਜੋ ਸਪੈਸੀਫਿਕੇਸ਼ਨਸ ਐਸੇ ਸੈਕਸ਼ਨ 'ਚ ਹੈ ਸੇਮ ਸਪੈਸੀਫਿਕੇਸ਼ਨ ਪਲਾਨ 'ਚ ਵੀ ਆਉਣਗੀਆਂ। ਸਟੀਰਪ ਡਾਇਆ ਔਰ ਸੈਂਟਰ ਟੂ ਸੈਂਟਰ ਡਿਸਟੈਂਸ, surrounding columns, surrounding bars and their dia. Then upper level ਤੇ ਆ ਸੈਕਸ਼ਨ ਹੈ ਜਿਸ ਤਰ੍ਹਾਂ, ਤੇ this is another section top of pier ਕਿ ਉਸ 4 reinforcement bars ਕਿਸ ਤਰ੍ਹਾਂ ਹੈ ਔਰ ਉਹ bars ਦਾ dia क्या है, ਕੰਕਰੀਟ ਦੀ ਸਪੈਸੀਫਿਕੇਸ਼ਨਸ, RCC ਸਪੈਸੀਫਿਕੇਸ਼ਨਸ, ਸਪੋਜ਼ 1:1.5:3, 1:3 ਜਾਂ 1:2:4, 1:2:4 ਦੀ ਰੇਸ਼ੋ ਹੈ। ਤੇ ਵੀ ਸਕੇਲ ਅਲੱਗ ਹੈ, ਇਹਦੀ ਸਕੇਲ ਸਾਰੀ ਆਪਾਂ ਨਾਲ ਮੈਂਸ਼ਨ ਕਰਨੀਆਂ ਜ਼ਰੂਰੀ ਹੁੰਦੀਆਂ। ਸੇਮ ਫਾਊਂਡੇਸ਼ਨ ਆਪਾਂ ਗ੍ਰਿਲੇਜ ਵਾਸਤੇ ਵੀ ਪਾ ਸਕਦੇ ਹਾਂ, ਯਾਨੀ ਕਿ ਸਟੀਲ ਫਾਊਂਡੇਸ਼ਨ ਵਾਸਤੇ ਵੀ ਆਪਾਂ ਵਰਕਿੰਗ ਡਰਾਇੰਗ ਤਿਆਰ ਕਰ ਸਕਦੇ ਹਾਂ। ਜਿਸ ਤਰ੍ਹਾਂ ਇਹ ਆਈਸੋਮੈਟ੍ਰਿਕ ਵਿਊ ਹੈ, ਦਿਸ ਇਜ਼ ਸ਼ੋਇੰਗ ਦਿਸ ਇਜ਼ ਅ ਕੰਕਰੀਟ ਪੈਡ। ਨੀਚੇ ਸਭ ਤੋਂ ਪਹਿਲੇ RCC ਪੈਡ ਪਏਗਾ ਜਾਂ ਕੰਕਰੀਟ ਪੈਡ ਪਏਗਾ, ਉਹਦੇ ਉੱਪਰਲੇ ਪਾਸੇ ਜਿਹੜੀ ਆ ਲਾਈਨ ਦੇ ਵਿੱਚ ਮਾਰਕ ਹੈ ਦੀਜ਼ ਆਰ ਦਾ ਸਟੀਲ ਬੀਮਸ ਔਰ ਮੇਨ ਗ੍ਰਿਲੇਜ ਜਿਹੜੀ ਉਹ ਇਹੀ ਹੈ। ਇਹ 'ਚ ਲੌਂਗੀਟਿਊਡਨਲ ਬੀਮਸ ਗਾਰਡਰਸ, ਦੈਨ ਟਰਾਂਸਵਰਸ ਬੀਮਸ ਔਰ ਗਾਰਡਰਸ, ਅਗੇਨ ਥਰਡ ਡਾਇਰੈਕਸ਼ਨਲ ਗਰਡਰਸ। ਇੱਕ ਧਿਆਨ ਰੱਖਣਾ ਹੈ ਕਿ ਗਰਡਰ ਜਿਹੜੇ ਹੈ ਉਹ ਬਿਲਕੁਲ ਐਂਡ ਟੂ ਐਂਡ ਪੂਰੇ ਬੰਦ ਹੋਣੇ ਚਾਹੀਦੇ ਤਾਂ ਕਿ ਕੰਕਰੀਟ ਦੀ ਓਵਰਲੈਪਿੰਗ ਉਹਨਾਂ 'ਤੇ ਪ੍ਰੋਪਰ ਹੋ ਸਕੇ, ਜਕੜ ਪ੍ਰੋਪਰ ਬਣ ਸਕੇ। ਔਨ ਦਾ ਟੌਪ
we place iron plate which is either bolted or riveted or welded to these girders. ਇਹਨਾਂ ਗਰਡਰ ਦੀ ਆਪਸ 'ਚ ਟਾਈਂਗ ਜਿਹੜੀ ਹੈ ਵੈਲਡਿੰਗ ਦੇ ਥਰੂ ਹੋ ਸਕਦੀ ਹੈ ਅਕੋਰਡਿੰਗ ਟੂ ਯਰ ਡਰਾਇੰਗ ਸਪੈਸੀਫਿਕੇਸ਼ਨਸ, ਔਰ ਇੱਥੇ ਬੋਲਟਸ ਵੀ ਲੰਬੇ ਬੋਲਟ ਪੈ ਜਾਂਦੇ ਆ, ਬੋਲਟ ਪੈ ਸਕਦੇ ਆ ਜਿਸ ਤਰ੍ਹਾਂ ਵੀ ਸਟਰਕਚਰ ਇੰਜੀਨੀਅਰ ਰੈਫਰ ਕਰਨਗੇ। ਐਂਡ ਦਿਸ ਇਜ਼ ਅ ਸਟੀਲ ਕਾਲਮ, ਇਟ ਕੈਨ ਬੀ ਐਚ ਕਾਲਮ ਔਰ ਇਟ ਕੈਨ ਬੀ box column. In plan this is showing in working drawing जिस तरह उन्हें गर्डर है longitudinal transverse या प्राइमरी कह सकते हैं, प्राइमरी सेकेंडरी एंड टर्शरी लेयर्स हैं। तो these are the primary girders, जिन्हें अपने नंबर ऑफ गर्डर पैने हैं उन्नी ड्राइंग्स ਦੇ ਵਿੱਚ ਆਪਾਂ ਸ਼ੋ ਕਰਨਾ ਹੈ। टोटल साइज ਦਿੱਤਾ ਹੈ, सपोज दिस इज 10 feet by 10 feet 6 inches. Then transfer girders या transfer beams, and upon that we have steel plate. This is 3 feet 4 inches by 3 feet 4 inches ਦੀ steel plate ਪਾਤੀ। ਇਸ ਦੇ ਉੱਪਰਲੇ ਪਾਸੇ ਆਪਾਂ H section ਜਾਂ I section ਦਾ girder ਪਾਣਾ ਪਏਗਾ। In section this is showing this is a primary girder line and this is the secondary girders. Above that we have steel plate and then column. ਜਿਹੜਾ ਕੰਕਰੀਟ ਇੱਥੇ ਪੋਰ ਕਰਨਾ ਹੈ ਉਸ ਕੰਕਰੀਟ ਨੂੰ ਨਾਲ ਮੈਂਸ਼ਨ ਕਰਨਾ ਹੈ, ਉਹਦੀ ਸਪੈਸੀਫਿਕੇਸ਼ਨ ਲਿਖਣੀ ਹੈ। ਗਰਡਰ ਦੀ ਹਾਈਟ 12 ਇੰਚਜ਼ ਹਾਈਟ ਹੈ। ਡਿਫਰੈਂਟ ਜਿਹੜੇ ਜ਼ੋਨਸ ਬਣ ਗਏ, ਕਿੰਨੇ ਕਿੰਨੇ ਡਿਸਟੈਂਸ 'ਤੇ ਆਪਾਂ ਗਰਡਰ ਦੇ ਉੱਪਰ ਸੈਕੰਡਰੀ ਛੋੜਨੇ ਹੈ। ਤਾਂ ਜਿਸ ਤਰ੍ਹਾਂ ਦੱਸਿਆ 3 ਫੁੱਟ 2 ਇੰਚ, 3 ਫੁੱਟ 4 ਇੰਚ ਐਂਡ 3 ਫੁੱਟ 2 ਇੰਚ, ਐਂਡ ਦਿਸ ਹਾਈਟ ਇਜ਼ 8 ਇੰਚਜ਼। ਤਾਂ ਇਹ ਸਾਰਾ ਕੁਛ ਆਪਾਂ ਨੂੰ ਪਲਾਨ ਔਰ ਸੈਕਸ਼ਨ ਡਰਾਇੰਗ ਬਣਾਉਣ ਲੱਗੇ ਕੋਰਲੇਟ ਹੋਣੇ ਬਹੁਤ ਜ਼ਰੂਰੀ ਹੈ, ਤਾਂ ਕਿ ਕੰਟਰੈਕਟਰ ਨੂੰ ਸਾਈਟ 'ਤੇ ਕੰਸਟਰਕਟ ਕਰਨ ਲੱਗੇ ਕਿਸੇ ਟਾਈਪ ਦੀ ਵੀ ਕੋਈ ਪਰੇਸ਼ਾਨੀ ਨਾ ਆਏ। ਜਦੋਂ ਜਿਸ ਤਰ੍ਹਾਂ ਆਪਾਂ ਡੋਰ ਵਿੰਡੋ ਸ਼ੈਡਿਊਲ ਦੇ ਵਿੱਚ ਡੋਰ ਵਿੰਡੋ ਸ਼ੈਡਿਊਲ ਆਪਾਂ ਪ੍ਰੋਵਾਈਡ ਕਰਦੇ ਹਾਂ, ਹਰੇਕ ਡੋਰ ਦੀ ਡਿਟੇਲ, ਹਰੇਕ ਵਿੰਡੋ ਦੀ ਡਿਟੇਲ ਰਿਟਨ ਟੇਬਲ 'ਚ ਹੁੰਦੀ ਹੈ ਕਿ ਉਸ 'ਚ ਡੋਰ ਦਾ ਸਾਈਜ਼ ਕਿੰਨਾ ਹੈ, ਵਿੰਡੋ ਦਾ ਸਾਈਜ਼ ਕਿੰਨਾ ਹੈ, ਉਸਦੀ ਲੰਬਾਈ ਚੌੜਾਈ, ਵਿੰਡੋ ਦੀ ਹਾਈਟ, ਸਿਲ ਲੈਵਲ, ਲਿੰਟਰ ਲੈਵਲ। ਉਸੇ ਤਰੀਕੇ ਨਾਲ ਇਹ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਕੋਈ ਫਾਊਂਡੇਸ਼ਨ ਡਿਟੇਲ ਜਾਂ ਫੁਟਿੰਗ ਡਿਟੇਲਸ ਬਣ ਰਹੀਆਂ ਵਰਕਿੰਗ ਡਰਾਇੰਗ 'ਚ, ਉਹਨਾਂ ਦਾ ਵੀ ਨਾਲ ਸ਼ੈਡਿਊਲ ਤਿਆਰ ਕੀਤਾ ਜਾਏ। ਜਿਸ ਤਰ੍ਹਾਂ ਇੱਥੇ ਹੈ ਫੁਟਿੰਗ ਨੰਬਰਸ FC1 FC10 ਐਂਡ ਸੋ ਔਨ। F ਮਤਲਬ ਫੁਟਿੰਗ ਕਿਸ ਦੀ, ਉੱਥੇ ਡਰਾਇੰਗ ਦੇ ਵਿੱਚ ਪਲਾਨ 'ਚ ਮੈਂਸ਼ਨ ਕੀਤਾ ਜਾਏਗਾ ਕਾਲਮ 1, ਕਾਲਮ 2, ਕਾਲਮ 3, ਕਾਲਮ 10, 11 ਐਂਡ ਸੋ ਔਨ। ਜਿੰਨੇ ਵੀ ਉੱਥੇ ਕਾਲਮ ਬਣਨਗੇ ਅਲੱਗ-ਅਲੱਗ ਸਾਈਜ਼ ਦੇ ਕਾਲਮ ਹੈ, ਤੁਹਾਨੂੰ ਅਲੱਗ ਨੰਬਰ ਦਿੱਤਾ ਜਾਂਦਾ ਹੈ। ਅਤੇ ਇਹ ਉਹਦੇ ਅਕੋਰਡਿੰਗ F ਸਟੈਂਡ ਫਾਰ ਫੁਟਿੰਗ, ਫੁਟਿੰਗ ਆਫ ਕਾਲਮ C10, ਫੁਟਿੰਗ ਆਫ ਕਾਲਮ 11, ਕਾਲਮ ਨੰਬਰਸ C1 C10 C11 C12 ਐਂਡ ਸੋ ਔਨ, ਕਿਹੜੇ ਕਾਲਮ ਦਾ ਹੈ। ਫੁਟਿੰਗ ਟਾਈਪ ਟ੍ਰੈਪੋਜ਼ਾਈਡਲ ਹੈ ਜਾਂ ਪੈਡੈਸਟਲ ਹੈ ਜਾਂ ਇਸ ਟਾਈਪ ਦੀ ਜੋ ਵੀ ਆਪਣੀ ਫੁਟਿੰਗ ਪੈ ਰਹੀ ਹੈ, ਉਹ ਫੁਟਿੰਗ ਆਪਾਂ ਅਕੋਰਡਿੰਗ ਟੂ ਆਰ ਸਟਰਕਚਰ ਡਰਾਇੰਗ ਇੱਥੇ ਆਪਾਂ ਮੈਂਸ਼ਨ ਕਰ ਦੇਣੀ ਹੈ। ਦੈਨ ਫੁਟਿੰਗ ਡਾਇਮੈਂਸ਼ਨਸ, ਸਟੈਪ ਹੈ ਤਾਂ ਉਸ ਅਗਰ ਉਸ ਪੋਜ਼ ਆਪਾਂ ਕੰਕਰੀਟ ਹੈ ਤਾਂ ਸਟੈਪ ਨਹੀਂ ਅਗਰ ਦੇ ਰਹੇ ਤਾਂ ਉਸਦਾ ਬੇਸ ਜਾਂ ਉਸਦੀ ਬ੍ਰੈਡਥ, ਦੈਨ ਲੈਂਥ ਐਂਡ ਦੈਨ ਡੈਪਥ। ਜਿਸ ਤਰ੍ਹਾਂ 420 mm 450 mm ਲੈਂਥ ਹੈ, ਸਪੋਜ਼ 1256 mm ਜਾਂ 1756 mm 1500 mm। ਸੋ ਇਹ ਪ੍ਰੋਪਰ ਉਹਦੀ ਲੈਂਥ, ਬ੍ਰੈਡਥ ਔਰ ਹਾਈਟ ਤਿੰਨੋਂ ਆਪਾਂ ਫੁਟਿੰਗ ਦੀ ਡਾਇਮੈਂਸ਼ਨਸ ਟ੍ਰੈਪੋਜ਼ਾਈਡਲ ਵਾਸਤੇ ਕੰਕਰੀਟ ਕਾਲਮ ਫਾਰ C1 ਇਹ ਸ਼ੋ ਕਰਨੀ ਹੈ ਫੁਟਿੰਗ। ਦਿਸ ਇਜ਼ ਡੈਪਥ 1, ਦਿਸ ਇਜ਼ ਡੈਪਥ 2। ਕਿਉਂਕਿ ਇਹ ਟ੍ਰੈਪੋਜ਼ਾਈਡਲ ਹੈ ਤਾਂ ਉਹਦੀ ਇੱਕ ਸਾਈਡ ਘੱਟ ਹੁੰਦੀ ਹੈ, ਇੱਕ ਸਾਈਡ ਜ਼ਿਆਦਾ ਹੋਏਗੀ, ਤਾਂ ਉਹ ਅਲੱਗ-ਅਲੱਗ ਡਾਇਮੈਂਸ਼ਨ ਦਿੱਤੀਆਂ ਡੈਪਥ ਉਹਦੀਆਂ। ਪੈਡੈਸਟਲ ਹੈ ਤਾਂ ਸੇਮ ਹੋਏਗੀ ਚਾਰੇ ਪਾਸੇ, ਤਾਂ ਉਹਦੀ ਡੈਪਥ ਜਿਹੜੀ ਹੈਗੀ ਹੈ 450 mm, ਇਹਦੇ ਪਾਸੇ ਡੈਸ਼ ਆ ਗਿਆ। ਦੈਨ ਫੁਟਿੰਗ ਰਿਕੁਆਇਰਮੈਂਟ ਰੀਇਨਫੋਰਸਮੈਂਟ, ਬਾਟਮ ਦੇ ਉੱਪਰ ਜਿਹੜੀ ਆਪਾਂ ਫੁਟਿੰਗ ਦੀ ਪਾਣੀ ਹੈ ਬਾਟਮ ਲੇਅਰ, ਤਾਂ ਉਹਦੇ ਵਾਸਤੇ ਅਲੋਂਗ ਬ੍ਰੈਡਥ ਐਂਡ ਅਲੋਂਗ ਲੈਂਥ, ਯਾਨੀ ਕਿ ਟਰਾਂਸਵਰਸ ਕਹਿ ਸਕਦੇ ਹੋ, ਟਰਾਂਸਵਰਸ ਐਂਡ ਲੌਂਗੀਚੂਡਨਲ ਰੀਇਨਫੋਰਸਮੈਂਟ ਉਹਦੀ ਡਿਟੇਲਸ ਦੇਣੀਆਂ ਹੈ। This is suppose 10 mm at 125 mm center to center, कि 10 mm ਦੀ ਬਾਰ ਹੈ ਜੋ ਕਿ 125 mm center to center ਪਾਣੀ ਹੈ। ਲੌਂਗੀਚੂਡਨਲ ਬਾਰਸ ਦਾ ਹਰੇਕ ਕਾਲਮ ਵਾਸਤੇ ਅਲੱਗ, ਸਪੋਜ਼ C12 ਵਾਸਤੇ ਆ ਫੁਟਿੰਗ ਦਾ ਸਾਈਜ਼ ਹੈ 1250 ਬਾਈ 2700, ਤਾਂ ਉਹਦਾ ਦੇ ਰੱਖਿਆ ਹੈ ਕਿ 10 mm ਡਾਇਆ ਬਾਰਸ 125 mm center to center distance, और दूसरे पासे टूवर्ड लेंथ 12 mm डाया बार्स 120 mm center to center। Similarly for C10, C11, C12 और C3, 4, 5, 6 and so on, ਤਾਂ ਹਰੇਕ ਦਾ ਅਲੱਗ-ਅਲੱਗ ਡਾਇਆ ਬਾਰਸ ਦਾ ਉਹਦਾ ਸੈਂਟਰ ਟੂ ਸੈਂਟਰ ਡਿਸਟੈਂਸ, ਲੌਂਗੀਚੂਡਨਲ ਟਰਾਂਸਵਰਸ ਦੋਨੋਂ,
उसकी लेंथ, ब्रैथ, हाइट, अगर ट्रेपेजॉइडल है या अलग अलग डेप्थ्स हैगियां तो वो सारियां शो करनियां है, ताकि ਜਦੋਂ ਵੀ ਕੰਟਰੈਕਟਰ ਡਿਜ਼ਾਈਨ ਕਰੇ ਤਾਂ ਇਸ ਟੇਬਲ ਔਰ ਡਰਾਇੰਗਸ ਨੂੰ ਰਿਲੇਟ ਕਰਕੇ ਵਰਕਿੰਗ ਡਰਾਇੰਗ ਨੂੰ ਉਹ ਕਾਈ ਸਾਈਡ ਤੇ ਕੰਸਟਰਕਟ ਕਰ ਸਕੇ। ਉਹਦੀ ਫੁਟਿੰਗ ਦੇ ਟਾਈਪ, ਕਾਲਮ ਨੰਬਰ ਐਂਡ ਫੁਟਿੰਗ ਨੰਬਰ ਅਕੋਰਡਿੰਗ ਟੂ ਕਾਲਮ, ਇਹ ਸਾਰਾ ਕੁਝ ਆਪਾਂ ਨੂੰ ਡਿਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਵੀ ਕੋਈ ਆਪਾਂ ਫੁਟਿੰਗ ਡਿਜ਼ਾਈਨ ਕਰਨੀ ਹੈ। ਸੋ ਹੁਣ ਤੱਕ ਆਪਾਂ ਜੋ ਦੇਖਿਆ ਹੈ ਕਿ ਇੱਕ ਤਾਂ ਸਪੈਸੀਫਿਕੇਸ਼ਨਸ ਦੇਣੀਆਂ ਹੈ, ਆਪਾਂ ਕੋਈ ਵੀ ਫੁਟਿੰਗ ਕਿਸੇ ਵਾਸਤੇ ਵੀ ਕਰ ਸਕਦੇ ਹਾਂ, ਗ੍ਰਿਲੇਜ ਵਾਸਤੇ ਵੀ ਔਰ ਆਰਸੀਸੀ ਵਾਸਤੇ। ਉਸ 'ਚ ਉਹਨਾਂ ਦਾ ਪ੍ਰੋਪਰ ਜਾਲ, ਹਰੇਕ ਦਾ ਸਰੀਏ ਦਾ ਸਾਈਜ਼, ਕਾਲਮ ਸਾਈਜ਼, ਫੁਟਿੰਗ ਸਾਈਜ਼, उसकी डेप्थ, ग्राउंड लेवल, प्लिंथ लेवल, ट्रेपेजॉइडल है, पेडेस्टल है, प्लेन है, फाउंडेशन केड़ी पानी है, कंक्रीट और स्टोन। अगर स्टोन फाउंडेशन है या मैट फाउंडेशन है उन्होंने प्रॉपर वर्किंग ड्राइंग के फॉर्म शो करना है। स्ट्रैप बीम्स हैं, कंबाइंड फुटिंग है, एक्सकवेशन एरिया देना है ग्राउंड का, उसकी ड्राइंग तैयार करनी है कि किन्ने फुट डेप्थ है, विड्थ है और उसकी किन्नी डेप्थ है एक्सकवेशन वास्ते। ਜਿਹੜਾ ਪਲਾਨ ਹੈ, ਪਲਾਨ ਦੇ ਵਿੱਚ ਉਹਦੀ ਫਾਊਂਡੇਸ਼ਨ ਦੀ ਡੈਪਥ ਜਿਹੜੀ ਹੈ, ਵਿਡਥ ਉਹਦੀ ਸ਼ੋ ਕਰਦੇ ਹੋਏ ਡਾਟਡ ਫਾਰਮ 'ਚ ਆਪਾਂ ਨਾਲ ਪਲਾਨ ਦੇ ਵਿੱਚ ਇਹ ਵੀ ਡਿਸਕ੍ਰਾਈਬ ਕਰਨੀ ਹੈ, ਤਾਂ ਕਿ ਉਨੀ ਹੀ ਵਿਡਥ ਦੀ ਜਿਹੜੀ ਐਕਸਕੇਵੇਸ਼ਨ ਹੈ ਜਾਂ ਡਿਗਿੰਗ ਹੈ ਅਰਥ ਦੇ ਵਿੱਚ ਉਹ ਕੀਤੀ ਜਾਂਦੀ ਹੈ। ਇਸ ਡਰਾਇੰਗ ਤੋਂ ਆਪਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਸਪੋਜ਼ ਦੋ ਡਿਗਸ ਆਪਣੀਆਂ ਬਿਲਕੁਲ ਨਜ਼ਦੀਕ ਜੁੜ ਜਾਂਦੀਆਂ ਤਾਂ ਆਪਾਂ ਉੱਥੇ ਕੰਬਾਈਨਡ ਫੁਟਿੰਗ ਵੀ ਪਾ ਸਕਦੇ ਹਾਂ। ਆਪਾਂ ਪਲਾਨ ਤੋਂ ਵੀ ਇਹ ਚੀਜ਼ ਫਾਈਂਡ ਆਊਟ ਕਰ ਲੈਂਦੇ ਹਾਂ। ਦੈਨ ਆਪਾਂ ਸਟੱਡੀ ਕੀਤਾ ਅਬਾਊਟ ਪਾਈਲਸ, ਕਿੰਨੇ ਟਾਈਪ ਦੀ ਪਾਈਲਸ ਹੈ, ਕਿਸ ਤਰ੍ਹਾਂ ਪੈਂਦੀਆਂ ਹੈ, ਉਸਦੇ ਮਟੀਰੀਅਲ ਜਿਵੇਂ ਸਟੀਲ ਪਾਈਪ ਹੈ, ਪ੍ਰੀ ਕਾਸਟ ਕੰਕਰੀਟ ਹੈ, ਵੁੱਡ ਹੈ। ਦੈਨ ਡੀ ਫਾਊਂਡੇਸ਼ਨ ਦੇ ਵਿੱਚ ਆਪਾਂ ਟਾਈਪ ਸਟੱਡੀ ਕੀਤੀਆਂ, ਕੈਸ਼ਨਸ ਹੈ, ਸੌਕੇਟਡ ਕੈਸ਼ਨ ਹੈ, ਐਂਡ ਬੀਰਿੰਗ ਪਾਈਲਸ ਔਰ ਫ੍ਰਿਕਸ਼ਨ ਪਾਈਲਸ। ਸ਼ੈਲੋ ਫਾਊਂਡੇਸ਼ਨ ਦੇ ਵਿੱਚ ਮੈਟ ਫਾਊਂਡੇਸ਼ਨ, ਸਟੈਪਡ ਔਰ ਸਟ੍ਰਿਪ ਫਾਊਂਡੇਸ਼ਨ, ਗ੍ਰੇਡ ਬੀਮ। ਜਿਸ ਤਰ੍ਹਾਂ ਇਹ ਪਿਕਚਰ ਦੇ ਵਿੱਚ ਆਪਾਂ ਦੇਖਿਆ ਸੀ ਕਿ ਦਿਸ ਇਜ਼ ਅ ਕੰਬੀਨੇਸ਼ਨ ਆਫ ਸਪਰੈਡ ਐਂਡ ਸਟ੍ਰਿਪ ਫੁਟਿੰਗ, ਕਿ ਦੋ ਫੁਟਿੰਗ ਬਹੁਤ ਨਜ਼ਦੀਕ ਹੈ, ਇਸ ਕਰਕੇ ਉਹਦੇ ਵਿੱਚ ਇੱਕ ਸਟ੍ਰਿਪ ਵੀ ਨਾਲ ਅਟੈਚ ਕਰ ਦਿੱਤੀ ਗਈ। ਸ਼ੈਲੋ ਫਾਊਂਡੇਸ਼ਨ ਵਾਸਤੇ ਰਿਕੁਆਇਰਮੈਂਟਸ ਇਹ ਹੈ ਕਿ ਉਹ ਜਿਹੜੀ ਬੀਰਿੰਗ ਕਪੈਸਿਟੀ ਹੈ ਉਹ ਪ੍ਰੋਪਰ ਸੂਟੇਬਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਅਗਰ ਤਾਂ ਸਪੋਜ਼ 10-11 ਕੋਈ ਬੀਰਿੰਗ ਕਪੈਸਿਟੀ ਹੈ, ਬਹੁਤ ਜ਼ਿਆਦਾ ਟਨ ਲੋਡ ਲੈ ਸਕਦੀ ਹੈ, ਠੀਕ ਹੈ, ਵੀ ਕੈਨ ਗੋ ਫਾਰ ਸ਼ੈਲੋ ਫਾਊਂਡੇਸ਼ਨ। ਅਗਰ ਉਹਦੀ ਬੀਰਿੰਗ ਕਪੈਸਿਟੀ ਜਸਟ ਬਹੁਤ ਘੱਟ ਹੈ ਤਾਂ ਫਿਰ ਆਪਾਂ ਡੀ ਫਾਊਂਡੇਸ਼ਨ ਨੂੰ ਹੀ ਪ੍ਰੈਫਰ ਕਰਦੇ ਹਾਂ, ਯਾਨੀ ਕਿ ਪਾਈਲਸ ਵਗੈਰਾ। ਕਾਲਮ ਫੁਟਿੰਗ, ਵਾਲ ਔਰ ਸਟ੍ਰਿਪ ਫੁਟਿੰਗ ਵਾਸਤੇ ਯੂਜ਼ ਕਰ ਲੈਂਦੇ ਹਾਂ। तो यहाँ पर देखा सीगा कि शैलो फाउंडेशन एंड डी फाउंडेशन, फिर इस तरह दो टाइप की फाउंडेशन हो गई हैं। तो मेजर बिल्डिंग पार्ट्स आप स्टडी किए। अपर मोस्ट अपर DPC लेवल इज सुपर स्ट्रक्चर, DPC2 ग्राउंड लेवल इज सब स्ट्रक्चर, यानी कि प्लिंथ जो ग्राउंड से नीचे दब सकता है ये कह सकते हैं, और जो उसके नीचे है दैट इज़ द फाउंडेशन जो मेन सारी स्ट्रक्चर का लोड लेंदी है। और थंब रूल आप देखा कि उसकी जी विड्थ है, फुटिंग विड्थ वो जनरली उसकी जी हाइट का डबल है, और टोटल साइज़ आप 12 इंच बाय 24 इंच तक, और 3 इंचज़ ਉਹਦਾ ਜਿਹੜਾ ਹੈਗਾ ਕੰਕਰੀਟ ਕਵਰ ਰੀਨਫੋਰਸਿੰਗ ਬਾਰਸ ਦਾ ਦੇਣਾ ਬਹੁਤ ਜ਼ਰੂਰੀ ਹੈ। ਅਰਥ ਨੂੰ ਡਿਗ ਕਰਕੇ ਉਹਦੇ ਵਿੱਚ ਰੀਨਫੋਰਸਿੰਗ ਬਾਰਸ ਪਾਈ ਜਾਂਦੀਆਂ, ਔਰ ਉਸ ਤੋਂ ਬਾਅਦ ਉਹਦੇ ਵਿੱਚ ਕੰਕਰੀਟ ਪੋਰ ਕਰਕੇ ਲੈਵਲ ਕੀਤਾ ਜਾਂਦਾ ਹੈ। ਡਿਗਿੰਗ ਵਾਸਤੇ ਅਗਰ ਫਲੈਟ ਲੈਂਡ ਹੈ ਜਾਂ ਸ਼ੈਲੋ ਹੈ ਤਾਂ ਆਪਾਂ ਮਿੱਟੀ ਅੰਦਰਲੀ ਸਾਈਡ ਤੋਂ ਡਿਗ ਕਰਨੀ ਹੈ। ਅਗਰ ਡੀਪ ਫਾਊਂਡੇਸ਼ਨ ਹੈ ਤਾਂ ਆਪਾਂ ਸਲੋਪਿੰਗ ਸਾਈਡਸ ਯੂਜ਼ ਕਰਨੀ ਹੈ ਤਾਂ ਕਿ ਉਹ ਰਿਟੇਨਿੰਗ ਵਾਲ ਦੀ ਤਰ੍ਹਾਂ ਯੂਜ਼ ਹੋ ਸਕਣ। ਆਪਾਂ ਉਹਨਾਂ ਦੇ ਮਿੱਟੀ ਨੂੰ ਰੋਕਣ ਵਾਸਤੇ ਕਈ ਵਾਰੀ ਸ਼ੋਰਿੰਗ ਵੀ ਕਰਨੀ ਪੈ ਜਾਂਦੀ ਅਗਰ ਬਹੁਤ ਜ਼ਿਆਦਾ ਡੈਪਥ ਹੈ। ਔਰ ਸਾਈਟ ਦੀ ਲੇਆਊਟਿੰਗ ਕਰਨੀ ਹੁੰਦੀ ਹੈ, उसकी प्रॉपर डिमार्केशन करनी है विद द ब्रैकेट्स और बोर्ड्स। पहले सब तो पहले डेब्रीज वगैरह रिमूव करने बहुत ज़रूरी हैं, एंड दीज आर द डिफरेंट पार्ट्स। और फाउंडेशन की बहुत ज़रूरी है कि उसके साइड से जी है DPC वर्टिकल DPC पानी पाई जाए। सो इस तरीके नाल इस लैक्चर ਦੇ ਵਿੱਚ ਆਪਾਂ ਫਾਊਂਡੇਸ਼ਨਸ ਨੂੰ ਵਰਕਿੰਗ ਡਰਾਇੰਗ 'ਚ ਕਿਸ ਤਰ੍ਹਾਂ ਡਿਸਕ੍ਰਾਈਬ ਕਰਨਾ ਔਰ ਸਾਈਟ 'ਤੇ ਕਿਸ ਤਰ੍ਹਾਂ ਰਿਲੇਟ ਹੋਏਗੀ ਉਹ ਸਾਰੇ ਬਾਰੇ ਆਪਾਂ ਸਟੱਡੀ ਕਰ ਚੁੱਕੇ ਹਾਂ। ਸੋ ਥੈਂਕ ਯੂ ਵੈਰੀ ਮੱਚ।